ਜਿਹੜੀਆਂ ਪੁਸਤਕਾਂ ਉਹ ਅਸੀਂ ਕੁਝ ਰੀਪ੍ਰਿੰਟ ਕੀਤੀਆਂ ਹਨ, ਕੁਝ ਅਸੀਂ ਨਵੀਂ ਪਬਲੀਕੇਸ਼ਨ ਲੈ ਕੇ ਸਾਡੇ ਕੋਲ 30 ਕਿਤਾਬਾਂ ਛਪ ਚੁੱਕੀਆਂ ਹਨ ਤੇ ਅਸੀਂ ਗੁਰੂ ਤੇਗ ਬਹਾਦਰ ਸਾਹਿਬ ਦੇ 400 ਸਾਲਾਂ ਦੇ ਵੀ 50 ਕਿਤਾਬਾਂ ਅਸੀਂ ਇਸ ਸਾਲ ਅਸੀਂ ਛਾਪ ਰਹੀਆਂ ਹਨ। ਇਸੇ ਤਰ੍ਹਾਂ ਸਾਡੇ ਕੋਲ ਲਗਭਗ 1500 ਟਾਈਟਲ ਹਨ। ਚਾਹੇ ਵਿਭਾਗ ਕੋਲ ਬਹੁਤ ਸਟਾਫ ਬਹੁਤ ਥੋੜਾ ਹੈ, ਸਟਾਫ ਥੋੜੇ ਹੋਣ ਦੇ ਬਾਵਜੂਦ ਵੀ ਵਿਭਾਗ ਵੱਲੋਂ ਜਿਹੜੇ ਵੀ ਦਫ਼ਤਰਾਂ ਦੀਆਂ ਕੋਈ ਮੈਨੂਅਲਸ, ਕੋਈ ਇੰਸਟਰਕਸ਼ਨਸ, ਕੋਈ ਵੀ ਗਤੀਵਿਧੀਆਂ ਇੰਗਲਿਸ਼ ਵਿੱਚ ਆਉਂਦੀਆਂ ਹਨ, ਭਾਸ਼ਾ ਵਿਭਾਗ ਉਸ ਨੂੰ ਪੰਜਾਬੀ ਵਿੱਚ ਕਰਕੇ ਉਹਨਾਂ ਨੂੰ ਭਿਜਵਾਉਂਦਾ ਹੈ। ਤੇ ਇਸੇ ਤਰ੍ਹਾਂ ਹੀ ਜੇ ਸਾਨੂੰ ਹੋਰ ਵੀ ਸਟਾਫ ਤੇ ਜਿਵੇਂ ਸਰਕਾਰ ਸਾਨੂੰ ਹਮੇਸ਼ਾ ਪੂਰੀ ਹੱਲਾਸ਼ੇਰੀ ਮਿਲ ਰਹੀ ਹੈ, ਇਸੇ ਤਰ੍ਹਾਂ ਹੀ ਮਿਲਦੀ ਰਹੇਗੀ ਅਤੇ ਸਟਾਫ ਵੀ ਪੂਰਾ ਮਿਲੇਗਾ। ਅਸੀਂ ਹੋਰ ਵੀ ਪੰਜਾਬੀ ਦੇ ਵਿੱਚ ਕੋਈ ਵੀ ਅੰਗਰੇਜ਼ੀ ਦਾ ਕੋਈ ਐਕਟ ਜਾਂ ਕੋਈ ਇੰਸਟਰਕਸ਼ਨ ਅਸੀਂ ਕੋਈ ਰਹਿਣ ਨਹੀਂ ਦਿਆਂਗੇ, ਅਸੀਂ ਸਾਰੀਆਂ ਹੀ ਪੰਜਾਬੀ ਵਿੱਚ ਕਰਕੇ ਰੱਖਾਂਗੇ। ਮੈਂ ਇੱਕ ਵਾਰ ਫਿਰ ਸਾਰਿਆਂ ਦਾ ਧੰਨਵਾਦ ਕਰਦੀ ਹੋਈ, ਸਮਾਂ ਨਾ ਜ਼ਿਆਦਾ ਲੈਂਦੀ ਹੋਈ ਆਪ ਜੀ ਨੂੰ ਸਾਰਿਆਂ ਨੂੰ ਹਾਰਦਿਕ ਤੌਰ ਤੇ ਜੀ ਆਇਆਂ ਕਹਿੰਦੀ ਹਾਂ ਅਤੇ ਆਪਣੇ ਵਿਭਾਗੀ ਸਹਿਯੋਗੀਆਂ ਦਾ ਵੀ ਬਹੁਤ ਧੰਨਵਾਦ ਕਰਦੀ ਹਾਂ। ਕਿਰਤ ਕਰਨ ਤੇ ਵੰਡ ਛਕਣ ਨੂੰ ਉੱਤਮ ਦੱਸਿਆ ਸੀ, ਵਿਹਲੜਾਂ ਅਤੇ ਲੁਟੇਰਿਆਂ ਉੱਤੇ ਤਾਨਾ ਦੱਸਿਆ ਸੀ। ਕਿਰਤ ਕਰਨ ਤੇ ਵੰਡ ਛਕਣ ਨੂੰ ਉੱਤਮ ਦੱਸਿਆ ਸੀ, ਵਿਹਲੜਾਂ ਅਤੇ ਲੁਟੇਰਿਆਂ ਉੱਤੇ ਤਾਨਾ ਕੱਸਿਆ ਸੀ। ਮਲਕ ਭਾਗੋ ਦੀ ਥਾਂ ਲਾਲੋ ਦੇ ਘਰ ਉਹ ਜਾਂਦਾ ਏ, ਉਹ ਤੇਰਾ ਤੇਰਾ ਬੋਲ ਝੋਲੀਆਂ ਭਰਦਾ ਜਾਂਦਾ ਏ। ਸੱਜਣ ਠੱਗ ਤੇ ਕੋਡੇ ਦੇ ਰਾਖਸ਼ ਹੰਕਾਰੀ ਦਾ, ਸੱਜਣ ਠੱਗ ਤੇ ਕੋਡੇ ਦੇ ਰਾਖਸ਼ ਹੰਕਾਰੀ ਦਾ ਮਾਣ ਤੋੜਿਆ ਉਸਨੇ, ਮਾਣ ਤੋੜਿਆ ਬਾਬੇ ਨਾਨਕ ਵਲੀ ਕੰਧਾਰੀ ਦਾ। ਸੱਜਣ ਠੱਗ ਤੇ ਕੋਡੇ ਦੇ ਰਾਖਸ਼ ਹੰਕਾਰੀ ਦਾ ਮਾਣ ਤੋੜਿਆ ਬਾਬੇ ਨਾਨਕ ਵਲੀ ਕੰਧਾਰੀ ਦਾ। ਕੰਵਲ ਗਿਆਨ ਦਾ ਦੀਵਾ ਮੱਥੇ ਧਰਦਾ ਜਾਂਦਾ ਏ, ਉਹ ਤੇਰਾ ਤੇਰਾ ਬੋਲ ਝੋਲੀਆਂ ਭਰਦਾ ਜਾਂਦਾ ਏ। ਤੋ ਇੱਕ ਸ਼ੁਰੂ ਨਾ ਹੋਰ ਜੀ ਹਾਂ ਜੀ ਹੁਕਮ ਕਰੋ ਸੀ। ਸਾਂਭੇ ਗਏ ਨਾ ਅਸਾਥੋਂ ਰੁੱਖ ਅਤੇ ਪਾਣੀ, ਸਾਂਭੇ ਗਏ ਨਾ ਅਸਾਥੋਂ ਰੁੱਖ ਕੁੱਖ ਅਤੇ ਪਾਣੀ। ਜੇ ਨਾ ਸੰਭਲੇ ਅਜੇ ਵੀ ਹੋ ਜਾਊ ਖਤਮ ਕਹਾਣੀ। ਸਾਂਭੇ ਗਏ ਨਾ ਅਸਾਥੋਂ ਰੁੱਖ ਕੁੱਖ ਅਤੇ ਪਾਣੀ, ਜੇ ਨਾ ਸੰਭਲੇ ਅਜੇ ਵੀ ਹੋ ਜਾਊ ਖਤਮ ਕਹਾਣੀ। ਮੂਲੋਂ ਮੂਰਖ ਮਨੁੱਖਾਂ ਅੱਗੇ ਕੁਦਰਤ ਹਾਰੀ, ਮੂਲੋਂ ਲਿਖ ਲਿਖ ਅੱਖਰ ਸ਼ਬਦ ਬਣਾਓ, ਲਿਖ ਲਿਖ ਅੱਖਰ ਸ਼ਬਦ ਬਣਾਓ, ਮਾਂ ਬੋਲੀ ਦਾ ਰੂਪ ਸਜਾਓ। ਲਿਖ ਲਿਖ ਅੱਖਰ ਸ਼ਬਦ ਬਣਾਓ, ਮਾਂ ਬੋਲੀ ਦਾ ਰੂਪ ਸਜਾਓ। ਜੇਕਰ ਵਧੀਆ ਨੰਬਰ ਲੈਣੇ ਤਾਂ ਮੋਤੀਆਂ ਵਰਗੇ ਅੱਖਰ ਪਾਓ, ਤਾਂ ਮੋਤੀਆਂ ਵਰਗੇ ਅੱਖਰ ਪਾਓ। ਲਿਖਿਓ ਪੂਰਾ ਲਗਨ ਦੇ ਨਾਲ, ਲਿਖਿਓ ਪੂਰਾ ਲਗਨ ਦੇ ਨਾਲ, ਅੱਖਰ ਬਣਤਰ ਦਾ ਰੱਖ ਕੇ ਖਿਆਲ। ਲਿਖਿਓ ਪੂਰਾ ਲਗਨ ਦੇ ਨਾਲ, ਅੱਖਰ ਬਣਤਰ ਦਾ ਰੱਖ ਕੇ ਖਿਆਲ। ਫਿਰ ਹਰ ਲਿਖਤ ਜਚੇਗੀ ਪੂਰੀ, ਫਿਰ ਹਰ ਲਿਖਤ ਜਚੇਗੀ ਪੂਰੀ। ਜੇ ਸਹੀ ਹੋਊ ਸ਼ਬਦਾਂ ਦੀ ਦੂਰੀ, ਜੇ ਸਹੀ ਹੋਊ ਸ਼ਬਦਾਂ ਦੀ ਦੂਰੀ। ਸ਼ੁੱਧਤਾ ਦਾ ਵੀ ਰੱਖਣਾ ਧਿਆਨ, ਸ਼ੁੱਧਤਾ ਦਾ ਵੀ ਰੱਖਣਾ ਧਿਆਨ। ਲਿਖਤਾਂ ਵਿੱਚ ਫਿਰ ਆਊ ਜਾਨ। ਮੁਕਤਾ ਕੰਨਾਂ ਦੋਵੇਂ ਵੀਰ, ਮੁਕਤਾ ਕੰਨਾਂ ਦੋਵੇਂ ਵੀਰ, ਚਮਕਾਉਂਦੇ ਸਭ ਦੀ ਤਕਦੀਰ। ਕਿਵੇਂ ਬਣੋਗੇ ਤੁਸੀਂ ਲਿਖਾਰੀ, ਕਿਵੇਂ ਬਣੋਗੇ ਤੁਸੀਂ ਲਿਖਾਰੀ, ਜੇ ਨਹੀਂ ਪਾਓਗੇ ਸਿਆਰੀ ਪਿਆਰੀ। ਔਂਕੜ ਮਾਂ ਬੋਲੀ ਦੀ ਪਿਆਰੀ। ਭਾਸ਼ਾ ਵਿਭਾਗ ਪੰਜਾਬ, ਸਾਡੇ ਪੰਜਾਬ ਦੇ ਡਾਇਰੈਕਟਰ ਸ਼੍ਰੀਮਤੀ ਕਰਨਜੀਤ ਕੌਰ ਜੀ, ਕੇਵਲ ਸਿੰਘ ਜੀ ਧਾਰੀਵਾਲ ਸਾਹਿਬ, ਨਾਟਕਕਾਰ ਜਿਹੜੇ ਗੈਸਟ ਅੱਜ ਇੱਥੇ, ਔਰ ਹੁਣੇ ਆਪਾਂ ਸੁਣਿਆ ਸਰਦਾਰ ਸਰਜੀਤ ਸਿੰਘ ਜੀ ਭੱਟੀ,
ਜਿਨ੍ਹਾਂ ਨੂੰ ਸੁਣ ਕੇ ਨਾ ਇੱਕ ਵਾਰੀ ਅੱਖਾਂ 'ਚ ਵੀ ਭਰ ਜਾਂਦੀਆਂ, ਤੇ ਜਿਹੜੇ ਇੱਥੇ ਰਹਿੰਦੇ ਇਸ ਧਰਤੀ ਤੇ ਰੌਂਗਟੇ ਵੀ ਖੜੇ ਹੋ ਜਾਂਦੇ ਆ। ਪ੍ਰਿੰਸੀਪਲ ਸਾਹਿਬ ਸਾਡੇ ਤੇ ਆਪਣੇ ਚਲੋ ਇੱਥੇ ਹੀ ਕਰਦੇ ਹੀ ਆ, ਐਸਡੀਐਮ ਸਾਹਿਬ ਡਾਕਟਰ ਜਸਮਿੰਦਰ ਜੀ, ਸਾਰਾ ਭਾਸ਼ਾ ਵਿਭਾਗ ਦਾ ਸਟਾਫ ਔਰ ਸਾਰੇ ਜਿੰਨੇ ਆਏ ਆ ਇੱਥੇ, ਇਸ ਪ੍ਰੈਸ ਵਾਲੇ ਵੀ ਸਾਡੇ, ਜਿਹੜੇ ਗੁਰੂ ਨਾਨਕ ਸਾਹਿਬ ਦਾ 550 ਸਾਲਾਂ ਨੂੰ ਸਮਰਪਿਤ ਨਾਟਕ ਜਿਹੜਾ ਲਹੂ ਦੇ, ਇਹ ਲਹੂ ਕਿਸ ਦਾ ਹੈ, ਇਹ ਲਹੂ ਕਿਸ ਦਾ ਹੈ, ਇਹਦੇ ਵਿੱਚ ਜਿੰਨੇ ਵੀ ਪਾਰਟਿਸਿਪੇਟ ਕਰਦੇ ਸਾਰਿਆਂ ਦਾ ਇੱਥੇ ਆਉਣ ਤੇ ਜੀ ਆਇਆਂ ਨੂੰ ਇਸ ਧਰਤੀ 'ਤੇ, ਔਰ ਬਹੁਤ ਬਹੁਤ ਧੰਨਵਾਦ ਜਿਹੜਾ ਭਾਸ਼ਾ ਵਿਭਾਗ ਨੇ ਇਹ ਸਾਡੇ ਸੁਲਤਾਨਪੁਰ ਲੋਧੀ ਨੂੰ ਚੁਣਿਆ ਇਹ ਕਰਨ ਲਈ। ਮੈਂ ਨਾਟਕ ਦਾ ਨਾਮ ਪੜ੍ਹਦਾ ਸੀ, ਇਹ ਲਹੂ ਕਿਸ ਦਾ ਹੈ। ਇਹਦੇ ਵਿੱਚ ਬੜੀ ਡੂੰਘੀ ਗੱਲ ਹੈ ਵੀ ਲਹੂ ਤਾਂ ਸਾਰਿਆਂ ਦੇ ਇੱਕ ਹੀ ਹੁੰਦੇ ਆ, ਤੇ ਜਿਹੜੀ ਇਹ ਲਫ਼ਜ਼ ਹੈ ਨਾ, ਇਹਦਾ ਦੇਖੋ ਜੇ ਸੋਚਿਆ ਜਾਵੇ ਤਾਂ ਕਿੱਥੋਂ ਤੱਕ ਗੱਲ ਜਾਂਦੀ। ਬੜੀ ਕਿਸਮਤ ਵਾਲੇ ਆਪਾਂ, ਜਿਹੜਾ ਮੈਡਮ ਬੋਲ ਕੇ ਗਿਆ ਡਾਇਰੈਕਟਰ ਸਾਹਿਬ ਵੀ, ਤੇ ਮੈਡਮ ਦੀ ਭਾਸ਼ਾ ਤੋਂ ਹੀ ਪਤਾ ਲੱਗਦਾ ਸੀਗਾ ਵੀ ਭਾਸ਼ਾ ਵਿਭਾਗ ਆ, ਔਰ ਸਾਡੇ ਸਟੇਜ ਸੈਕਟਰੀ ਸਾਹਿਬ ਵੀ, ਡਾਇਰੈਕਟਰ ਸਾਹਿਬ ਵੀ, ਜਿਹੜੇ ਮਤਲਬ ਲਫ਼ਜ਼ਾਂ ਦੀ ਜਿਹੜੀ ਇੱਕ ਕੁਦਰਤ ਨੇ, ਭੱਟੀ ਸਾਹਿਬ ਤੇ ਚਲੋ ਬਹੁਤ ਪਹੁੰਚੇ, ਮੈਂ ਕਹਿ ਸਕਦਾ, ਜਿਨ੍ਹਾਂ ਨੂੰ ਕੁਦਰਤ ਨੇ ਬਹੁਤ ਗਿਆਨ, ਔਰ ਬੜਾ ਇੱਕ ਗਿਆਨ ਹੋਣੀ ਵੱਖਰੀ ਗੱਲ ਹੈ, ਇੱਕ ਲਫ਼ਜ਼ਾਂ ਦੇ ਵਿੱਚੋਂ ਜਿੱਦਾਂ ਮੈਡਮ ਦੇ ਵੀ ਡੁੱਲਦਾ ਪਿਆਰ, ਜਿੱਦਾਂ ਜਾਂ ਬੰਦੇ ਦਾ ਦਿਲ ਕਰਦਾ ਵੀ ਸੁਣੀ ਜਾਈਏ। ਜਿਹੜੀ ਇਹ ਗੱਲ ਜਿਹੜੀਆਂ ਇਹ ਜ਼ਬਾਨ, ਇਹ ਰਸ, ਇਹ ਵੀ ਆਪਾਂ ਕਹਿ ਦਿੰਦੇ ਨਾ ਵੀ ਉਰਦੂ ਜ਼ਬਾਨ ਵੀ ਬੜੀ ਮਿੱਠੀ ਹੈ। ਭੱਟੀ ਸਾਹਿਬ ਤੁਸੀਂ 2-3 ਸ਼ੇਅਰ ਬੋਲੇ, ਇੱਕ ਸੀ ਇਸ ਬਾਤ 'ਤੇ ਮੈਂ ਕਹਿੰਦਾ, ਮੈਂ ਤੁਹਾਨੂੰ ਬਾਅਦ 'ਚ ਪੁੱਛੂੰਗਾ, ਮਤਲਬ ਜ਼ਬਾਨ ਜਿੰਨੀ ਆਪਣੀ ਮਿੱਠੀ ਹੋਵੇ ਨਾ, ਜਿੰਨਾ ਲਫ਼ਜ਼ਾਂ ਦੀ ਸਾਂਝ, ਜਿੰਨਾ ਆਪਾਂ ਸੁਣਿਆ ਇੱਥੇ, ਜਿਹੜਾ ਗੁਰੂ ਨਾਨਕ ਸਾਹਿਬ ਤਾਂ ਬੜੀ ਕਿਸਮਤ ਵਾਲੇ ਆ ਜਿਹੜੇ ਇਸ ਧਰਤੀ 'ਤੇ ਰਹਿ ਕੇ, ਔਰ ਜਿਹੜੇ ਇਸ ਧਰਤੀ 'ਤੇ ਨਹੀਂ ਰਹਿੰਦੇ ਉਹਨਾਂ ਨੂੰ ਦੇਖੋ ਕਿੰਨਾ ਇਸ ਧਰਤੀ ਨਾਲ ਔਰ ਇਸ ਚੀਜ਼ ਨਾਲ ਕਿੰਨਾ ਪਿਆਰ ਆਪਾਂ ਨੂੰ, ਅਤੇ ਬਹੁਤ ਪਰਮਾਤਮਾ ਨੇ ਕਿਰਪਾ ਕੀਤੀ ਆ ਵੀ ਇੱਥੇ ਚੱਪੇ ਤੇ ਮੈਂ ਕਹਿੰਦਾ ਗੁਰੂ ਸਾਹਿਬ ਦੇ ਚਰਨ ਪਏ, ਜਿੱਥੇ ਆਪਾਂ ਰੋਜ਼ ਫਿਰੀਦਾ, ਜਿੱਥੇ ਰੋਜ਼ ਸੇਵਾ ਕਰਨ ਦਾ ਮੌਕਾ ਮਿਲਿਆ। ਮੈਂ ਐਸਡੀਐਮ ਸਾਹਿਬ ਦੀ ਗੱਲ ਕੀਤੀ ਵੀ ਸੇਵਾ ਦਾ ਮੌਕਾ ਮਿਲਿਆ ਇਹਨਾਂ ਨੂੰ ਵੀ ਉਸ ਦਿਨ ਮਨਾਉਣ ਦਾ, 550 ਸਾਲਾ, ਔਰ ਇਤਿਹਾਸ ਹੋ ਜਾਣਾ ਹੈ 600 ਸਾਲਾ ਜਿਹਨੇ ਮਨਾਉਣਾ ਉਹ ਦੇਖੂਗਾ, ਪੜ੍ਹੂਗਾ ਕਿੰਨੇ ਕੀ ਕੀਤਾ ਸੀਗਾ। ਤਾਂ ਮੈਨੂੰ ਵੀ ਪਰਮਾਤਮਾ ਨੇ, ਗੁਰੂ ਨਾਨਕ ਸਾਹਿਬ ਨੇ ਦੂਸਰੀ ਵਾਰੀ ਐਮਐਲਏ ਬਣਾਇਆ ਇਸੇ ਕਰਕੇ, ਜਿਹੜਾ ਇਹ ਸੇਵਾ ਲੈਣੀ ਸੀ 550 ਸਾਲਾਂ ਦੀ, ਬੜੀ ਐਮਐਲਏ ਤੇ ਵਗੈਰਾ ਤਾਂ ਕੋਈ ਚੀਜ਼ ਨਹੀਂ, ਜਿਹੜੀ ਇਹ ਸੇਵਾ ਆ ਇਹ ਜ਼ਿੰਦਗੀ 'ਚ ਮੁੜ ਕੇ ਦੁਬਾਰਾ ਨਹੀਂ ਮਿਲਣੀ। ਐਤਕੀ ਵੀ 551ਵਾਂ ਮਨਾ ਰਹੇ ਹਾਂ ਅਸੀਂ, ਸੀਐਮ ਸਾਹਿਬ ਵੀ ਆਉਣਗੇ, ਔਰ ਉਹਦੇ ਵਿੱਚ ਜਿੰਨਾ ਵੀ ਹੋ ਸਕਦਾ ਉਹ ਕਰ ਸਕਦੇ। ਬਾਕੀ ਜਿਹੜੀ ਗੁਰੂ ਨਾਨਕ ਸਾਹਿਬ ਦੀ ਫਿਲਾਸਫੀ, ਔਰ ਜਿੱਦਾਂ ਦੱਸਿਆ ਵੀ ਅੱਜ ਜੋ ਹਾਲਾਤ ਆ ਅੱਜ ਦੇ, ਇਹਦੇ ਲਈ ਬੜਾ ਜ਼ਰੂਰੀ ਆ ਤਕਰੀਰਾਂ ਕਰਾਉਣੀਆਂ ਭੱਟੀ ਸਾਹਿਬ ਵਰਗਿਆਂ ਦੀਆਂ, ਜਿਹੜਾ ਔਰ ਸਾਡੇ ਜਿਹੜੀ ਯੂਥ ਆ ਖਾਸ ਕਰਕੇ ਮੈਂ ਕਹਿੰਦਾ ਉਹਨਾਂ ਨੂੰ ਇਹ ਚੀਜ਼ਾਂ ਦਾ ਪਤਾ ਹੋਣਾ ਚਾਹੀਦਾ। ਇਹ ਚੀਜ਼ ਦੀ ਜਿਹੜੀ ਲਫ਼ਜ਼ ਆ ਨਾ, ਉਹ ਸਿੱਧੇ ਹਿੱਟ ਕਰਦੇ ਆ ਦਿਮਾਗ ਤੋਂ, ਔਰ ਆਪਾਂ ਨੂੰ ਇਹ ਯੂਥ ਨੂੰ ਜ਼ਰੂਰ, ਮੈਂ ਭਾਸ਼ਾ ਵਿਭਾਗ ਵਾਲਿਆਂ ਨੂੰ ਰਿਕੁਐਸਟ ਕਰੂੰਗਾ, ਮੈਡਮ ਨੂੰ, ਸਾਰਿਆਂ ਨੂੰ, ਵੀ ਤੁਸੀਂ ਨਾ ਫਿਰ ਕਿਤੇ ਜਿਹੜਾ ਇਹ ਫੰਕਸ਼ਨ ਸਾਨੂੰ ਦਿਓ, ਇੱਕ ਅਸੀਂ ਆਪੇ ਸਾਰਾ ਅਰੇਂਜ ਕਰ ਲਾਂਗੇ, ਤੁਸੀਂ ਸਿਰਫ ਭੱਟੀ ਸਾਹਿਬ ਵਰਗੇ ਬੰਦਿਆਂ ਨੂੰ, ਇਹ ਮਾਨਸਿਕ ਸ਼ਖਸੀਅਤਾਂ ਨੂੰ ਲੈ ਕੇ ਆਉਣਾ, ਔਰ ਅਸੀਂ ਯੂਥ ਦਾ ਪ੍ਰੋਗਰਾਮ ਕਰਾਉਣਾ ਚਾਹੁੰਦੇ ਜਿਹਦੇ ਵਿੱਚ ਯੂਥ ਨੂੰ ਪਤਾ ਲੱਗੇ ਵੀ ਕੀ ਚੀਜ਼ ਸੀ ਗੁਰੂ ਨਾਨਕ ਸਾਹਿਬ, ਤੇ ਕੀ ਉਹਨਾਂ ਦੀ ਫਿਲਾਸਫੀ ਸੀ, ਤੇ ਕੀ ਕੁਛ ਕੀਤਾ ਉਹਨਾਂ ਨੇ, ਜਿਹੜਾ ਵਾਕਈ ਮੁਸਲਮਾਨ ਵੀ ਉਹਨਾਂ ਨੂੰ ਆਪਣਾ ਪੀਰ ਮੰਨਦੇ ਆ। ਬਹੁਤ ਉਦਾਹਰਨਾਂ ਆ ਵੀ ਮੇਰੇ ਪੈਰ ਕਹਿੰਦੇ ਉੱਧਰ ਨੂੰ ਕਰਦੇ ਜਿੱਧਰ ਨੂੰ ਮੱਕਾ ਹੈ ਨਹੀਂ। ਬਹੁਤ ਇਹੋ ਜਿਹੀਆਂ ਚੀਜ਼ਾਂ ਦੇ ਵਿੱਚੋਂ ਕੱਢਿਆ ਆਪਾਂ ਨੂੰ, ਜਿਹੜੀਆਂ ਆਪਣੇ ਬੜੇ ਪੁਰਾਣੇ ਜਿਹੜਾ ਸਮੇਂ ਨਾਲ ਤੁਰੀਆਂ ਆਉਂਦੀਆਂ ਸੀ, ਔਰ ਗੁਰੂ ਨਾਨਕ ਸਾਹਿਬ ਨੇ ਉਸ ਚੀਜ਼ ਨੂੰ ਜਿਹੜਾ ਦੂਰ ਕੀਤਾ, ਔਰ ਲੋਕਾਂ ਨੂੰ ਸਹੀ ਬੰਨੇ ਇਹ ਜਿਹੜਾ ਪਾਇਆ। ਔਰ ਮੈਂ ਸਮਝਦਾ ਅੱਜ ਵੀ ਜੇ ਆਪਾਂ ਦੁਨੀਆ ਠੀਕ ਕਰਨੀ ਆ, ਅੱਜ ਦੇ ਆਪਾਂ ਚਾਹੁੰਦੇ, ਅੱਜ ਬਹੁਤ ਹਾਲਾਤ ਇਹ ਬਣ ਗਏ ਆ ਵੀ ਤੁਸੀਂ ਦੇਖ ਲਓ, ਹਰ ਬੰਦਾ ਜਿਹੜਾ ਨਾ ਅੱਜ ਤੋਂ 20 ਸਾਲ 25 ਸਾਲ ਪਿੱਛੇ ਤੁਸੀਂ ਥੋੜ੍ਹਾ ਜਿਹਾ ਜਾਓ, ਲੋਕਾਂ 'ਚ ਠਹਿਰਾਅ ਸੀ, ਲੋਕਾਂ ਦੇ ਵਿੱਚ ਪਿਆਰ ਸੀ, ਔਰ ਅੱਜ ਤੁਸੀਂ ਮੈਨੂੰ ਇਹ ਦੱਸ ਦਿਓ ਕਿ ਕੋਈ ਬੰਦਾ ਖੁਸ਼ ਹੈਗਾ? ਹਰ ਬੰਨੇ ਦੌੜ ਲੱਗੀ ਆ, ਪਤਾ ਨਹੀਂ ਕਿਹੜੀ ਦੌੜ ਲੱਗੀ ਆ ਵੀ ਆਪਾਂ ਆਪਣੀ ਲਾਈਫ ਇਹੋ ਜਿਹੀ ਕਰ ਲਈ ਆ ਵੀ ਛੋਟੀ ਕਰ ਲਈ ਇਹਨਾਂ ਚੀਜ਼ਾਂ ਦੇ ਵਿੱਚ, ਬਗੈਰ ਮਤਲਬ ਤੋਂ ਉਹ ਚੀਜ਼ਾਂ ਦੀ ਚਿੰਤਾ ਕਰੀ ਜਾਂਦੇ ਆ ਦੂਜਿਆਂ ਦੇਖ ਕੇ। ਔਰ ਮੈਂ ਸਮਝਦਾ ਵੀ ਜਿਹਦੇ ਤੇ ਪਰਮਾਤਮਾ ਦੀ ਕਿਰਪਾ ਉਹੀ ਖੁਸ਼ ਹੋਊਗਾ, ਨਹੀਂ ਤੇ ਕੋਈ ਬੰਦੇ ਨੂੰ, ਨਹੀਂ ਤਾਂ ਕਿ ਛੋਟੀਆਂ ਛੋਟੀਆਂ ਖੁਸ਼ੀਆਂ, ਛੋਟੇ ਛੋਟੇ ਚਾਅ ਹੁੰਦੇ ਸੀ ਤਾਂ ਮਨ
ਸਾਲ ਦੇ ਵਿੱਚ ਅਸੀਂ ਇੱਕ ਦਿਨ ਵੀ ਕਦੇ ਛੁੱਟੀ ਨਹੀਂ ਕੀਤੀ। ਡੇਟ ਨੇੜੇ ਸੀ ਗਿਆ, ਕੰਮ ਜ਼ਿਆਦਾ ਸੀ ਔਰ ਲੋਕ ਕਹਿੰਦੇ ਸੀ ਵੀ ਕੰਮ ਹੋਣੇ ਨਹੀਂ, ਪਰ ਉਹ ਇਹ ਨਹੀਂ ਨਾ ਪਤਾ ਵੀ ਪ੍ਰੋਗਰਾਮ ਕਿਹਦਾ ਹੋ ਰਿਹਾ। ਦੇਖੋ ਉਹ ਵਿਰੋਧਤਾ ਕਰਦੇ ਸੀ ਵੀ ਆਹ ਹੋ ਗਿਆ ਉਹ ਹੋ ਗਿਆ, ਪਰ ਉਹਨਾਂ ਨੂੰ ਇਹ ਮਕਸਦ ਨਹੀਂ ਪਿੱਛੇ ਪਤਾ ਵੀ ਕਿਹਦਾ ਪ੍ਰੋਗਰਾਮ ਫੰਕਸ਼ਨ ਕਿਹਦਾ ਹੋ ਰਿਹਾ। ਉਹ ਗੁਰੂ ਸਾਹਿਬ ਨੇ ਆਪਣੇ ਆਪ ਦੇਖੋ ਇਹ ਚੀਜ਼ ਚੋਂ ਕੱਢ ਕੇ ਉਹ ਸਾਰਾ ਪ੍ਰੋਗਰਾਮ ਇਹੋ ਜਿਹਾ ਕੀਤਾ ਵੀ ਇੱਕ ਵੀ ਜਿਹੜਾ ਆ ਕਿਸੇ ਨੇ ਲਾਮਾ ਮੈਂ ਕਹਿ ਸਕਦਾ ਔਰ ਬੜੀ ਕੋਸ਼ਿਸ਼ ਕੀਤੀ। ਕਈ ਲੋਕ ਹੁੰਦੇ, ਹਰ ਤਰ੍ਹਾਂ ਦੇ ਲੋਕ ਹੁੰਦੇ, ਤੁਸੀਂ ਚੰਗਾ ਕੰਮ ਕਰੋਗੇ। ਕਈ ਵਾਰੀ ਮਨ 'ਚ ਆਉਂਦਾ ਸੀ ਪਿੱਛੇ ਜਿਹਾ ਜਦੋਂ ਭੱਟੀ ਸਾਹਿਬ ਫੰਕਸ਼ਨ ਤੋਂ ਪਹਿਲਾਂ ਜਦੋਂ ਕੰਮ ਚੱਲਦੇ ਸੀ ਇੱਥੇ ਵਿਰੋਧੀ ਇੱਕ ਅੱਧੇ ਹੈਗੇ ਇਹੋ ਜਿਹੇ, ਉਹ ਕਹਿੰਦੇ ਜੀ ਉਹ ਪੈਸੇ ਖਾ ਗਏ ਵਿੱਚੋਂ ਜੀ, ਕੰਮ ਨਹੀਂ ਹੋਣਾ, ਫਲਾਨਾ ਨਹੀਂ ਹੋਣਾ, ਤੇ ਬੜਾ ਮਨ ਖਰਾਬ ਹੋਇਆ। ਤੇ IG ਨੌ ਨਿਹਾਲ ਸੀ ਇੱਥੇ ਸਾਡੇ ਜਿਹੜੇ ਨਾਲ ਸਾਰਾ ਕਰਦੇ ਸੀ, ਉਹ ਮੇਰਾ ਮਨ ਨਾ ਖਰਾਬ ਹੋਇਆ। ਮੈਂ ਕਿਹਾ ਯਾਰ ਲੋਕ ਕਹਿਣਾ ਆਏ ਸਾਡੇ ਇੱਥੇ ਸੁਲਤਾਨਪੁਰ ਲੋਧੀ ਵਿਖੇ, ਉਹਨਾਂ ਨੂੰ ਜੀ ਆਇਆਂ ਨੂੰ ਸਿਰ ਝੁਕਾਉਂਦੇ ਉਹਨਾਂ ਅੱਗੇ ਵੀ ਤੁਸੀਂ ਆ ਕੇ ਤੇ ਇਹ ਜਿਹੜਾ ਫੰਕਸ਼ਨ ਨਾਟਕ ਹੁਣ ਸ਼ੁਰੂ ਹੋਣਾ, ਉਹਨਾਂ ਥੋੜ੍ਹਾ ਜਿਹਾ ਇੱਕ ਦੋ ਫੰਕਸ਼ਨਾਂ ਜਾਣਾ ਸੀ। ਮੇਰੀ ਸਾਰਿਆਂ ਨੂੰ ਬੇਨਤੀ ਹੈ, ਜਿੰਨੇ ਸਾਡੇ ਸਰਪੰਚ ਸਾਹਿਬਾਨ ਜਾਂ ਸਾਰੇ ਬੈਠੇ ਆ, ਇੱਦਾਂ ਹੀ ਤੁਸੀਂ ਬੈਠੇ ਰਹਿਣਾ। ਨਾਟਕ ਇਹੋ ਜਿਹਾ ਵੇਖਣ ਦਾ ਮੌਕਾ ਜਿਹੜਾ ਆ ਉਹ ਕਦੀ ਕਦੀ ਮਿਲਦਾ। ਸਾਡੇ ਏਰੀਏ ਦੇ ਵਿੱਚ ਇਹ ਚੀਜ਼ ਜਿਹੜੀ ਘੱਟ ਆ, ਤਾਂ ਇਹ ਜ਼ਰੂਰ ਮੇਰੀ ਬੇਨਤੀ ਸਾਰਿਆਂ ਨੂੰ, ਕਿਸੇ ਨੇ ਉੱਠਣਾ ਨਹੀਂ। ਮੈਂ 1.5-2 ਘੰਟੇ ਤੱਕ ਇੱਥੇ ਹੀ ਆ ਜਾਣਾ ਆ। ਫਿਰ ਜਿਹਨੂੰ ਕੰਮ ਕਾਰ ਕੋਈ ਵੀ ਹੋਵੇ ਤਾਂ 4-5 ਦਿਨ ਬਾਅਦ ਲੱਗੇ ਸੀ ਉਹ ਜ਼ਰੂਰ ਕਰਨਾ। ਕਿਸੇ ਨੇ ਵੀ ਸਿੰਗਲ ਬੰਦੇ ਨੇ ਵੀ ਉੱਠਣਾ ਨਹੀਂ ਗਾ, ਤੇ ਚੇਅਰਮੈਨ ਸਾਹਿਬ ਨੂੰ ਮੇਰੇ ਨਾਲ ਚੱਲ ਜਾਣਗੇ। ਬਾਕੀ ਸਾਰੇ ਜਿਹੜੇ ਇੱਥੇ ਹੀ ਬਹਿ ਕੇ ਨਾਟਕ ਵੇਖੋਗੇ, ਆਪਣੇ ਲਈ ਕਰਨਾ ਆਏ ਆ, ਆਪਣੇ ਘਰ ਆਏ ਆ, ਆਪਣੇ ਲਈ ਕਰਨਾ ਆਏ ਆ। ਜੇ ਤੁਸੀਂ ਨਾ ਮੋਰੇ ਦੇਖਣ ਵਾਲੇ ਹੋਵੋਗੇ ਤੇ ਫਿਰ ਕੀ ਮਨਾਂ ਦੇ ਵਿੱਚ ਲੈ ਕੇ ਜਾਣਗੇ ਇਹ ਸਾਰੇ। ਮੈਂ ਸਾਰਿਆਂ ਨੂੰ ਬੇਨਤੀ ਹੈ ਵੀ ਮੈਂ ਘੰਟੇ ਤੱਕ ਆ ਜਾਣਾ ਤੇ ਇੱਥੇ ਹੀ ਤੁਸੀਂ ਸਾਰਿਆਂ ਨੇ ਰਹਿਣਾ, ਕਿਸੇ ਨੇ ਉੱਠਣਾ ਨਹੀਂ ਗਾ। ਸੋ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਜਿਹੜੇ ਕਰ ਰਹੇ ਹਨ ਸਾਡੇ ਮਹਾਨ ਨਾਟਕਕਾਰ ਜੋ ਹੈਗੇ ਹੈ ਸ਼੍ਰੀ ਕੇਵਲ ਧਾਲੀਵਾਲ ਜੀ, ਵਿਸ਼ੇਸ਼ ਮਹਿਮਾਨ ਜਿਨ੍ਹਾਂ ਨੂੰ ਅਸੀਂ ਸੁਣਿਆ ਡਾਕਟਰ ਸੁਰਜੀਤ ਸਿੰਘ ਭੱਟੀ ਜੀ, ਤੇ ਬਾਕੀ ਜੋ ਇੱਥੇ ਜਿੰਨੇ ਵੀ ਅੱਜ ਇਸ ਨਾਟਕ ਦਾ ਆਨੰਦ ਮਾਣ ਇੱਥੇ ਆਏ ਨੇ ਉਹਨਾਂ ਨੂੰ ਮੇਰੇ ਵੱਲੋਂ ਜੀ ਆਇਆਂ ਨੂੰ ਸਤਿ ਸ੍ਰੀ ਅਕਾਲ। ਮੇਰੇ ਤੋਂ ਪਹਿਲਾਂ ਭੱਟੀ ਸਾਹਿਬ MLA ਸਾਹਿਬ ਕਾਫੀ ਕੁਝ ਬੋਲ ਕੇ ਗਏ ਨੇ, ਉਹਨਾਂ ਤੋਂ ਚੰਗੀ ਬੁਲਾਰੇ ਤਾਂ ਮੈਂ ਹੈ ਨਹੀਂ। ਵਾਕਈ ਗੱਲ ਠੀਕ ਸੀਗੀ ਕਿ ਮੈਂ ਵੀ ਬੈਠੀ ਜਿਹੜੀ ਸੀਗੀ ਉਹ ਸੋਚ ਰਹੀ ਸੀ ਕਿ ਭੱਟੀ ਸਾਹਿਬ ਬੋਲੀ ਜਾਣ ਰੁਕਣ ਨਾ, ਪਰ ਟਾਈਮ ਜਿਹੜਾ ਹੈਗਾ ਆਪਾਂ ਨੂੰ ਇੰਨਾ ਅਲਾਉ ਕਰਦਾ ਨਹੀਂ ਹੈਗਾ। ਅਸੀਂ ਵੀ ਜਿਹੜਾ ਹੈਗਾ ਕਿ ਪੰਜਾਬੀ ਜਿਹੜੀ ਹੈਗੀ ਹੈ ਯੂਥ ਦੀ ਆਪਾਂ ਗੱਲ ਕੀਤੀ ਹੈ, ਯੂਥ ਜਿਹੜਾ ਹੈਗਾ ਉਹ ਆਪਣੀ ਮਾਂ ਜਿਹੜੀ ਭਾਸ਼ਾ ਹੈਗੀ ਆ ਮਾਂ ਬੋਲੀ ਉਹ ਤੋਂ ਕਾਫੀ ਦੂਰ ਜਾ ਰਿਹਾ। ਯੂਜ਼ਲੀ ਸਾਨੂੰ ਦੇਖਣ ਨੂੰ ਇਹ ਮਿਲਦਾ ਹੈ ਕਿ ਜਦੋਂ ਕੋਈ ਹਿੰਦੀ ਜਾਂ ਇੰਗਲਿਸ਼ 'ਚ ਗੱਲ ਕਰਦਾ ਤਾਂ ਆਪਾਂ ਉਹਨੂੰ ਜ਼ਿਆਦਾ ਪੜ੍ਹਾ ਲਿਖਾ ਸਮਝਦੇ ਹਾਂ, ਪਰ ਮਤਲਬ ਇਹ ਸੋਚਣ ਵਾਲੀ ਗੱਲ ਹੈ ਕਿ ਜੋ ਆਪਣੀ
ਭਾਸ਼ਾ ਦੀ ਗੱਲ ਨਹੀਂ ਕਰ ਸਕਦਾ ਉਹ ਪੜ੍ਹਿਆ ਲਿਖਿਆ ਕਿੱਦਾਂ ਹੋ ਗਿਆ। 2-3 ਜਿਹੜੀਆਂ ਇਨਸੀਡੈਂਟਸ ਹੈਗੀਆਂ ਮੇਰੇ ਨਾਲ ਕਾਫੀ ਵਾਰੀ ਹੋਈਆਂ ਨੇ। ਇੱਕ ਵਾਰੀ ਕਿਸੇ ਨਾਲ ਜਿਹੜਾ ਹੈਗਾ ਹੈ, ਸਾਡੇ ਨਾਲ ਇੱਕ ਜਿਵੇਂ ਕਲੀਗ ਹੁੰਦੇ ਨੇ, ਸਾਡੇ ਕਲਰਕ ਸੀਗੇ, ਉਹ ਕੋਈ ਚਿੱਠੀ ਪੱਤਰ ਜਿੱਦਾਂ ਆਪਾਂ ਜਦੋਂ ਅਸੀਂ ਭਾਈ ਲਾਲੋ ਦੇ ਘਰੇ ਨਾਨਕ ਟੱਪੇ ਨੂੰ ਬੁਲਾਉਣ ਲਈ ਗਏ ਤਾਂ ਉਹ ਮੰਜੇ ਤੇ ਬੈਠਾ ਸੀ। ਅਸੀਂ ਉਸਨੂੰ ਕਿਹਾ, ਓਏ ਨਾਨਕ ਟੱਪਾ ਤੈਨੂੰ ਕਹਿੰਦੇ ਨੇ? ਉਹ ਕਹਿੰਦਾ ਟੱਪੇ ਟੁੱਪੇ ਦਾ ਤਾਂ ਪਤਾ ਨਹੀਂ, ਹਾਂ ਨਾਨਕ ਮੈਨੂੰ ਕਹਿੰਦੇ ਨੇ। ਮੈਂ ਉਸ ਨੂੰ ਤੁਹਾਡਾ ਸੱਦਾ ਦੇ ਦਿੱਤਾ ਹਜ਼ੂਰ, ਤੇ ਉਸਨੇ ਸਾਫ਼ ਇਨਕਾਰ ਕਰ ਦਿੱਤਾ ਹਜ਼ੂਰ। ਇਨਕਾਰ ਕਰ ਦਿੱਤਾ? ਕਿਉਂ? ਕਹਿੰਦਾ ਉੱਥੇ ਵੱਡੇ ਵੱਡੇ ਗੁਲੀ ਗਿਆਨੀ ਆਏ ਨੇ, ਮੈਂ ਜਾ ਕੇ ਕੀ ਕਰਨਾ? ਓਏ ਐਵੇਂ ਮਗਰ ਮਾਰਦਾ ਉਹ। बस हो गया ਜਦੋਂ ਦਾ ਇਲਾਕੇ ਚ ਆਇਆ ਨਾ, ਸਾਰੇ ਇਲਾਕੇ ਦਾ ਫਤੂਰ ਚੁੱਕਿਆ ਹੋਇਆ। ਉਹ ਜਿਹੜੇ ਲੋਕ ਹੱਥ ਜੋੜੀ ਕੰਮ ਭੋਜ ਵਿੱਚ ਹਿੱਸਾ ਪਾਉਂਦੇ ਸਨ, ਉਹੀ ਮੈਨੂੰ ਅੱਖਾਂ ਵਿਖਾਉਂਦੇ ਨੇ। ਸਾਰਾ ਫਤੂਰ ਉਸ ਨਾਨਕ ਟੱਪੇ ਦਾ। ਇਹ ਵੱਡੇ ਗੁਣੀ ਗਿਆਨੀ ਆਏ, ਮਹਾਪੁਰਸ਼ ਆਏ, ਸਭ ਤੋਂ ਪਹਿਲਾਂ ਮੇਰੇ ਘਰੇ ਟੁਕਦੇ ਸੀ। ਪਰ ਇਹ ਕਿਹੋ ਜਿਹਾ ਫਕੀਰ ਆਇਆ ਜਿਹਨੇ ਰੜੇ ਮੈਦਾਨ ਆਪਣਾ ਡੇਰਾ ਜਮਾਇਆ ਹੋਇਆ ਤੇ ਨਾਲ ਉਹ ਰੱਖਿਆ ਹੋਇਆ ਉਹ ਕੀ ਆਂਦੇ ਉਹਨੂੰ, ਉਹ ਸਰੰਗੀ ਬਣਾਉਂਦਾ ਉਹ ਮਰਦਾਨਾ। ਪਤਾ ਨਹੀਂ ਕਿਹੜੀ ਮਿੱਠੀ ਆਵਾਜ਼ ਵਿੱਚ ਗਾਉਂਦਾ। ਸਾਰੇ ਲੋਕ ਉਹਦੇ ਮਗਰ ਤੁਰੀ ਜਾਂਦੇ, ਸਾਨੂੰ ਕੋਈ ਪੁੱਛਦਾ ਹੀ ਮਿੱਤਰਾ ਕਰ ਹੋਰ ਸਪਾਈ ਲੱਗੇ ਯਹੀ ਸਿੱਧੀ ਤਰ੍ਹਾਂ ਮੰਨੇ ਤਾਂ ਠੀਕ ਹੈ, ਨਹੀਂ ਤਾਂ ਝੁੱਕ ਕੇ ਲੱਗਿਆ ਸਮਝਦਾ ਸੀ। ਕਿਉਂਕਿ ਮੈਂ ਕਦੇ ਵੀ ਬਰਦਾਸ਼ਤ ਨਹੀਂ ਕਰ ਸਕਦਾ ਕਿ ਮੇਰੇ ਇਲਾਕੇ ਵਿੱਚ ਕੋਈ ਮੇਰੇ ਕਹਿਣਾ ਨਾ ਮੰਨੇ। ਜਾ ਜੀ ਹਜ਼ੂਰ, ਨਾਲੇ ਗੱਲ ਸੁਣ ਜੀ, ਉਸ ਕਿਸਾਨ ਨੂੰ ਪੇਸ਼ ਕੀਤਾ ਜਾਏ ਜੋ ਬ੍ਰਹਮ ਫੌਜ ਵਿੱਚ ਹਿੱਸਾ ਪਾਉਂਦੇ ਹਨ। ਜਾ ਜੀ ਹਜ਼ੂਰ। ਹਾਂ ਉਹ ਲੋਕਾਂ ਦੇ ਘਰ ਚਾਰ ਦਾਣੇ ਕੀ ਆ ਜਾਣ, ਉਹ ਸਾਨੂੰ ਹੀ ਅੱਖਾਂ ਵਿਖਾਉਣ ਲੱਗ ਪੈਂਦੇ। ਮੈਂ ਵੀ ਦੇਖਦਾ ਕਿ ਕਿਵੇਂ ਨਹੀਂ ਸਾਪਦਾ। ਚੱਲ ਸਿੱਧਾ ਰੱਖੋ, ਪਤਾ ਨਹੀਂ ਮਲਕਾ ਖੜੇ ਨੇ ਕਿ ਨਾ ਕਰੋ ਨਾਮ ਦਾ ਨਦੀ ਦਾ ਉਹ ਸਾਡੇ ਅੱਗੇ ਹੈ ਨਾ ਕੋਈ ਨਾ ਸਿਰ ਚੁਕਾਇਆ। ਸਿਰ ਚੁਕਾਇਆ ਕੀ ਬਣਦਾ ਮਲਕ ਸਾਹਿਬ, ਜੇ ਬੰਦੇ ਦਾ ਮਨ ਹੀ ਨਾ ਚੁੱਕੇ। ਵੱਡੇ ਆਦਮੀ ਦੇ ਅੱਗੇ ਸਿਰ ਝੁਕਣਾ ਜ਼ਰੂਰੀ ਹੁੰਦਾ, ਮਨ ਭਾਵੇਂ ਚੁੱਕੇ ਨਾ ਚੁੱਕੇ। ਪਰ ਮੈਨੂੰ ਤਾਂ ਕੁਝ ਹੋਰ ਹੀ ਲੱਗਦਾ। ਅੱਛਾ ਭਲਾ ਤੈਨੂੰ ਕੀ ਲੱਗਦਾ? ਨਾ ਪੜਤਾ ਪੜਾ ਵੱਡੀ ਸਰਕਾਰ ਦੇ ਘਰੇ ਜਾਣਾ, ਮਾਲ ਪੂਰਾ ਖਾਣਾ, ਖਾ ਲੈ ਮਾਲ ਪੂਰਾ। ਤੂੰ ਵੀ ਤਾਂ ਬੜਾ ਸ਼ੌਂਕ ਨਾਲ ਕਹਿੰਦਾ ਸੀ ਮਾਲ ਪੂਰਾ ਖਾਣਾ, ਤੂੰ ਖਾ ਲੈ। ਤੇਰੀ ਜੀ ਮੁੱਤਰਦੀ ਸੀ, ਤੇਰੀ ਜੀ ਮੁੱਤਰਦੀ ਸੀ। ਤੂੰ ਤੇਰੀ
ਪੰਜਾਬੀ ਇਕਨੋਮੀ ਹੋ ਗਈ ਤੈਨੂੰ ਇਹਦੇ ਕੋਲੇ ਪੁੱਛ ਲਾ ਛੇਤਰ ਤੂੰ ਹੱਥ ਫੜਿਆ ਪੁੱਛਾਂ ਇਹਦੇ ਕੋਲ तो मलिक साहब ने ब्रह्म को जिंदा है क्या हिस्सा पाऊंगा इनकारी है ਉਹ ਇਹਦੇ ਕੋਲ ਨਹੀਂ ਹੋਣਾ ਵਿਚਾਰੇ ਕੋਲ और जे नहीं है तो माफी मांग लेना और गो ऑफ कर दे ਜੁਰਮਾਨਾ ਕਰਜ਼ਾ ਗੱਲ ਪੁੱਛਾਂ पूछ ਮਾਲਕ ਸਾਹਿਬ ਦਾ ਮਾਰ ਗਿਆ ਉਸ ਰਾਤ ਕਰੇ ਜਮ ਕਰੇ ਭਾਵੇਂ ਰੋਜ਼ 20 ਵਾਰੀ ਕਰੇ ਇਸ ਗਰੀਬ ਦਾ ਕਿਹੜਾ ਪਿਓ ਮਰ ਗਿਆ ਵੀ ਇਹ ਹਿਸਾਬ ਆਵੇ और जे नगर दे किसी बड़े आदमी का प्यो मर जाए तो समझ लो पूरे शहर का प्यो मर गया ਆਹੋ ਜੇ ਨਹੀਂ ਬਣਾ ਤਾਂ ਕੁੱਟ ਕੇ ਮਾਰ ਦੋ ਹਿੱਸਾ ਹੈ ਛੱਡੇ और इन्हें समझाओ नहीं तो हो ਇਹਨੂੰ ਸਮਝਾਣਾ ਸਾਡਾ ਜਮਾ ਸਾਡੀ ਗੱਲ ਸਮਝ ਉਹ ਬਹੁਤ ਲੱਗੀ समझा दो इन्हें ਓ ਜਮਾਨਾ ਹੱਥ ਧੋ ਕੇ ਲੈ ਕੇ ਆਈ ਮੈਂ ਖਾਣਾ ਧਰਮ ਨਾ ਪ੍ਰਸ਼ਟ ਕਰਦੀ ਫੜਾ ਨੂੰ ਤੇਰਾ ਵੱਡੇ ਧਰਮ ਵਾਲਾ ਇੱਧਰ ਆ ਆਦੇ ਗਰੀਬ ਨੂੰ ਕਿਤਾ ਕੁੱਟਿਆ ਨਹੀਂ ਸਮਝਾਈ ਖੜਾ ਦੇਖਾਂ ਕਾਹਦੀ ਕਰੀਦਾ ਹੁੰਦਾ ਵੱਡੇ ਬੰਦੇ ਗਿਆ ਕਰੀਦਾ ਨਹੀਂ ਹੁੰਦਾ ਉਹਨਾਂ ਨੂੰ ਤਾਂ ਫੂਕ ਚਕਾਈ ਦੀ ਫੂਕ ਹਾਂ ਜੇ ਵੱਡੇ ਬੰਦੇ ਨੂੰ ਥੋੜੀ ਜਿਹੀ ਫੂਕ ਚਕਾ ਦਈਏ ਨਾ ਤਾਂ ਕਹਾਂ ਦਾ ਹੀ ਕਰ ਜਾਂਦਾ ਥੋੜੀ ਜਿਹੀ ਹੋਰ ਫੂਕ ਚਕਾਈਏ ਤਾਂ ਤਾਂ ਹੀ ਫੂਕ ਜਾਂਦਾ ਮੇਰੀ ਗੱਲ ਸੁਣ ਜੇ ਹੋਵੇ ਨਾ ਵੱਡੀ ਸਰਕਾਰ ਹੁਣ ਵੀ ਤੇ ਤੂੰ ਕਹਿ ਦੇ ਮੇਰੇ ਸ਼ਾਹ ਦੀਆਂ ਹਵੇਲੀਆਂ ਵੱਡੀਆਂ ਹੁੰਦੀਆਂ ਨੇ ਹਾਂ ਓਏ ਮੇਰੇ ਸ਼ਾਹ ਰੱਖ ਜਾਂਦੇ ਭਰਪੂਰ ਰਹਿਣ ਸਾਡੇ ਪਿੱਛੇ ਕਹਿ ਦੀ ਤੂੰ ਹਾਂ ਕਹਿੰਦੀ ਤਾਂ ਉਹਦੇ ਪਿੱਛੇ ਬੋਲੀ ਨਹੀਂ ਮੇਰੇ ਸ਼ਾਹ ਦੇ ਦੋਤੇ ਪੁੱਤੇ ਜੀਂਦੇ ਰਹਿਣ ਤੂੰ ਕਹਿ ਦੀ ਤੇਰੇ ਕਹਿਣ ਨਾਲ ਕੀ ਫਰਕ ਪੈਂਦਾ ਭਾਵੇਂ ਕੱਲ ਨੂੰ ਮਰ ਜਾ ਜੀਵਨ ਮੇਰਾ ਸ਼ਾਹ ਰੱਖਿਆ ਹਵੇਲੀਆਂ ਵਾਲਾ ਸਮਝ ਨਹੀਂ ਆਈ ਬੋਲ ਉਹ ਮੇਰੇ ਸਾਹਮਣੇ ਮੁੱਛਾਂ ਤੇ ਵਾਦਾ ਹੋਵੇ ਮੇਰੇ ਸ਼ਾਹ ਰੱਖ ਜਾਂਦੇ ਭਰਪੂਰ ਰਹਿਣ ਚੰਗਰਾ ਕਾਹਦੇ ਕਿਉਂ ਪੁੱਟ ਖਾਣ ਨੂੰ ਤੁਰਿਆ ਮੇਰੇ ਸਾਹਮਣੇ ਕੋਕਰਾਂ ਚ ਵਾਦਾ ਹੋਵੇ ਉਹ ਕਹਿੰਦੇ ਓਏ ਤੁਸੀਂ ਭੌਂਕਣਾ ਬੰਦ ਕਰੋਗੇ ਕਿ ਤੁਹਾਨੂੰ ਵੀ ਟਾਂਗਾ ਪੜਾ ਦੇਣਾ ਚੁੱਪ ਕਰਕੇ ਬਹਿ ਜਾਓ ਇੱਥੇ ਐ ਬੰਦੇ ਬਾਜਨ ਜਮਾਨਾ ਬਾਜਨ ਤਾਂ ਤੁਹਾਡੀ ਕੀ ਕਰੀ ਹੈ ਤੁਹਾਡੀ ਡਰ ਬੜਾ ਲੱਗਦਾ ਨਹੀਂ ਰਹਿ ਸਕਦੀ ਥੋੜਾ ਪਰਾਂ ਹੋ ਜਾ ਤੇ ਜੁੱਤੀ ਤੋਂ ਡਰ ਬੜਾ ਲੱਗਦਾ ਥੋੜਾ ਹੋਰ ਆਹੀ ਪੈਣੀ ਹੈ ਥੋੜਾ ਪਰਾਂ ਹੋ ਜਾ ਸਾਡੇ ਉੱਤੇ ਨੂੰ ਚਲੇ ਜਾਣਾ ਓ ਪੁੱਤਰਾ ਆਹ ਜੇ ਵੱਡੀ ਸਰਕਾਰ ਕਹੇ ਵੀ ਬਹਿ ਜਾਓ ਤਾਂ ਬਹਿ ਜਾਓ ਤੇ ਜੇ ਵੱਡੀ ਸਰਕਾਰ ਕਹੇ ਵੀ ਖਲੋ ਜਾਓ ਜੇ ਵੱਡੀ ਸਰਕਾਰ ਕਹੇ ਵੀ ਭੁੱਖਿਆ ਮਰ ਜਾਓ ਮਰ ਜਾਓ ਤੇ ਸਰਕਾਰ ਤਾਂ ਕਹਿੰਦੀ ਆ ਭੁੱਖਿਆ ਮਰ ਜਾਓ ਮਰ ਜਾ ਤੂੰ 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 ਮਰ ਤੇਰੇ ਮਰਿਆ ਕੇ ਮੱਸੇ ਨੂੰ ਕੋਲ ਹੱਟ ਤੂੰ ਮਰ ਜਾ ਤੂੰ ਮਰ ਤੂੰ ਮਰ ਮੈਂ ਨਹੀਂ ਮਰਦਾ ਤੂੰ ਮਰ ਬਕਵਾਸ ਬੰਦ ਕਰੋ ਉਹ ਤੁਸੀਂ ਚੋਪੜੀ ਵਿੱਚ ਰਹਿ ਸਕਦੇ ਸਿਰ ਸਾਗੇ ਮੇਰਾ ਆਪਣੀ ਜੀਭ ਜਿਹੜੀ ਹੈ ਨਾ ਆਪਣੇ ਮੂੰਹ 'ਚ ਰੱਖਿਆ ਕਰੋ ਲੈ ਕੇ ਦਵਾਨਾ ਬਾਹਰ ਪਰ ਸਿਖਾ ਕੇ ਜਾਣਾ ਕਿ ਤੋਲੇ ਛੁੰਨੀ ਲਈ ਸਾਰੇ ਨੂੰ ਲੈ ਕੇ ਜਾਣਾ ਖਾਲੀ ਹੱਥ ਨਹੀਂ ਜਾਣਾ ਫੜ ਕੇ ਮਿਲ ਜੂਗਾ ਮੈਂ ਵੀ ਇਹੀ ਕਹਿਣ ਦਿਆ ਚੁੱਪ ਕਰਕੇ ਬਹਿ ਜਾਓ ਕਹਿ ਨਹੀਂ ਡਿਆ ਦੇਰ ਤੱਕ ਨਹੀਂ ਡਿਆ ਕਿਉਂ ਆਈ ਕੁਝ ਹੋਸ਼ ਨਹੀਂ ਸੀ 14 ਘੰਟੇ ਤੱਕ ਨਿਕਲ ਕੁਝ ਕਹਾ ਪਰ ਤੁਸੀਂ ਨੀਚ ਲੋਕਾਂ ਛਿੱਤਰਾਂ ਦੇ ਹੀ ਆ ਤੇ ਫਿਰ ਚਿੱਤਰਾਂ ਦਾ ਪਾਰ ਸ਼ੁਰੂ ਹੋ ਗਿਆ ਪਹਿਲਾਂ ਇਹਨਾਂ ਨੇ ਕੁੱਟ ਕੇ ਮੈਨੂੰ ਜੋੜ ਹਲਾਤੇ ਹੁਣ ਇਹਨਾਂ ਦੇ ਸਿਰ ਤੇ ਚਾਰ ਬਾਗ ਦੀ ਨਹੀਂ ਛੱਡਣਾ ਚੱਲ ਪੁੱਤਰਾ ਚੱਲ ਉੱਥੇ ਚੱਲੀਏ ਉਹ ਚੱਲ ਵਿੱਚ ਆਏ ਉੱਥੇ ਚੱਲੀਏ ਜਿੱਥੇ ਵਸਦੇ ਕਾਣੇ ਨਾ ਕੋਈ ਸਾਡੀ ਜਾਤ ਪਛਾਣੇ ਤੇ ਨਾ ਕੋਈ ਸਾਨੂੰ ਜਾਣੇ ਚੱਲ ਵੀ ਜੀਆ ਉੱਥੇ ਚੱਲੀਏ ਜਿੱਥੇ ਵਸਦੇ ਅੰਨੇ ਨਾ ਕੋਈ ਸਾਡੀ ਜਾਤ ਪਛਾਣੇ ਨਾ ਕੋਈ ਸਾਨੂੰ ਮੰਨੇ ਚੱਲ ਪੁੱਤਰਾ ਚੱਲੀਏ ਚੱਲ ਬਾਬਾ। ਇਹ ਲੋਕ ਕੁੱਤਿਆਂ ਨੂੰ ਪਾਣਗੇ ਕੁੱਤਿਆਂ ਨੂੰ ਪਰ ਗਰੀਬ ਦੇ ਮੂੰਹ ਰੋਟੀ ਦੇਣ ਲੱਗੇ ਇਹਨੂੰ ਮੌਤ ਪੈਂਦੀ ਆ ਬੜੇ ਸ਼ਾਹ ਦੇਖੇ ਲਾਹੌਰ ਦੇ ਦੇਖੇ ਪਿਸ਼ਾਵਰ ਦੇ ਦੇਖੇ ਇਹ ਨਿਕਲਿਆ ਸਵਾ ਸੂ ਹੁੰਦਾ ਸੰਧੂ ਕਿਵੇਂ ਆਖਿਆ ਖੜਾ ਉਹ ਚਲੋ ਪੁੱਤਰਾ ਚੱਲੀਏ ਅਸੀਂ ਇੱਥੇ ਰਹਿਣਾ ਨਹੀਂ ਚਲੋ ਰਾਤ ਸੰਗ ਨਹੀਂ ਮੰਨਣਾ ਅੱਜ ਤੋਂ ਬਾਅਦ ਜੇ ਤੇਰੇ ਘਰੇ ਭੁੱਖ ਵਰਤ ਗਈ ਨਾ ਸਾਡੇ ਘਰੇ ਆ ਗਈ ਟੁੱਕਰ ਤੈਨੂੰ ਅਸੀਂ ਪਾ ਦਾਂਗੇ ਵੱਡਾ ਸ਼ਾਹ ਦਫਾ ਹੋ ਜਾ ਉਹਦਾ ਬਿਟਾ ਰਾਮ ਪਹੁੰਚ ਕੀ ਹੋਇਆ ਮੁਸੀਬਤ ਹੀ ਹੋ ਗਈ ਇੱਕ ਤਾਂ ਨਾਨਕ ਦਾ ਪੜ੍ਹ ਆਵੇ ਇੱਕ ਆ ਕਿਨੇ ਆਖਿਆ ਕਿ ਉਤਾਰ ਤੇ ਕਮਰਾ ਸੀ ਲਾ ਕੇ ਗੱਲਾਂ ਕਰਕੇ ਮੈਨੂੰ ਇਹਨਾਂ ਬਾਰੇ ਤਾਂ ਉਹੀ ਗੱਲ ਵੀ ਜੇ ਦੋ ਤਾਂ ਬੁਰੇ ਨਾ ਦੋ ਤਾਂ ਬੁਰੇ ਉਹ ਰਾਮ ਕਹਿੰਦਾ जी हुजूर ਉਹ ਨਾਨਕ ਦਾ ਆਇਆ ਕਿ ਨਹੀਂ हुजूर नानक तक आ गया है ਹੈ ਨਾਨਕ ਦਾ ਆ ਗਿਆ ਮੈਂ ਅਸੀਂ ਆਈਏ ਕਿਉਂ ਨਾ ਆਵੇ हुजूर वो जिंदा रसोई खाने वाला चला गया है कोई खाने वाला क्यों हुजूर वो कहता है कि मैं भोजन पकता रखना है वयो करता भोजन करता
इस लहू का रंग इस किसान के लहू का रंग क्यों मिलता पिया? मैं पूछता साडे मानपुर विचों निकले रंग इस लहू का रंग क्यों मिलता पिया? क्यों मिलता पिया? मैं दस मैं जानना चाहना क्यों? मैं दसदा मलिक साहब, मैं दसदा इस लहू का रंग इस लहू नाल क्यों मिलता है? असी किसान जदों जेठ हाड़ दियां कड़क दियां धुप्पां विच अपने खेतों विच काम करते हैं तो साडा लहू पसीना बन के खेतों विच डिगदा है ते उस विच जो भी अनाज पैदा हुंदा है उस विच साडा लहू हुंदा है। जेकर वही अनाज असी अपनी मर्जी नाल किसी नूं दे दईए तो उस विचों दुध निकलदा है, पर जेकर तुहाडे जालम महलदार साडे तो वही अनाज खो के ले जान तो उस विचों लहू निकलदा है। असी साडा लहू है, मेहनत कश लोकां दा लहू है, ये मजदूरां दा लहू है, साडे किसानां दा लहू है। इस करके इस लहू दा रंग इस लहू नाल मिलदा मलिक साहब, इस लहू नाल मिलदा है। जे रत लगे कपड़ी जामा होए पलीत, जो रत पीवे मानसा तिन क्यों निर्मल चीत, तिन क्यों निर्मल चीत। ए सी नाटक ए लहू किसदा? इस नाटक विच जो कलाकार अलग अलग भूमिकावां निभा रहे सी, मलिक भागो की भूमिका च सनी गिल, सेवादार की भूमिका दे विच नवदीप सिंह बाजवा, किसान की भूमिका जसवीर सिंह जस्सी, सुरिंदर सिंह।